ਭਾਰਤੀ ਚੋਣ ਕਮਿਸ਼ਨ ਅੱਜ ਕੋਵਿਡ-19 ਨੂੰ ਲੈ ਕੇ ਕਰੇਗਾ ਰਿਵਿਊ ਮੀਟਿੰਗ। ਰੈਲੀਆਂ ਤੇ ਰੋਡ ਸ਼ੋਅ ਤੇ ਲੱਗੀ ਪਾਬੰਦੀ ਤੇ ਹੋ ਸਕਦਾ ਹੈ ਫੈਸਲਾ। ਦੇਸ਼ ਦੀਆਂ ਕਈ ਪਾਰਟੀਆਂ ਵੱਲੋਂ ਫੈਸਲਾ ਮੁੜ ਵਿਚਾਰੇ ਜਾਣ ਦੀ ਮੰਗ। ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਰੈਲੀਆਂ ਸ਼ੁਰੂ ਕਰਨ ਦੀ ਕੀਤੀ ਮੰਗ। ਕਿਹਾ ਕਾਂਗਰਸ ਤੇ ਆਮ ਆਦਮੀ ਪਾਰਟੀ ਕੋਲ ਹੈ ਸਰਕਾਰੀ ਫੰਡ। ਭਗਵੰਤ ਮਾਨ ਦਾ ਜਵਾਬ। ਕਿਹਾ ਸਾਡੇ ਮੁਕਾਬਲੇ ਅਕਾਲੀ ਦਲ ਕੋਲ ਪ੍ਰਚਾਰ ਲਈ ਹੈ ਨਹੀਂ ਵਰਕਰ। ਕਾਂਗਰਸ ਉਮੀਦਵਾਰਾਂ ਦੀ ਪਹਿਲੀ ਲਿਸਟ ਦਾ ਹੋ ਰਿਹਾ ਇੰਤਜ਼ਾਰ। ਸੀਸੀ ਦੀ ਮੀਟਿੰਗ ਦੇ 36 ਘੰਟਿਆਂ ਬਾਅਦ ਵੀ ਨਹੀਂ ਜਾਰੀ ਹੋ ਸਕੀ ਸੂਚੀ। ਸੂਤਰਾਂ ਦੇ ਹਵਾਲੇ ਤੋਂ ਖਬਰ ਟਿਕਟਾਂ ਨੂੰ ਲੈ ਕੇ ਵੱਡੇ ਲੀਡਰਾਂ 'ਚ ਨਹੀਂ ਬਣ ਰਹੀ ਸਹਿਮਤੀ। ਟਿਕਟਾਂ ਦੇ ਰੇੜਕੇ ਵਿਚਾਲੇ ਨਵਜੋਤ ਸਿੱਧੂ ਨੂੰ ਮਿਲੇ ਸਿੱਧੂ ਮੂਸੇਵਾਲਾ। ਮਾਨਸਾ ਤੋਂ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਹੋਈ ਚਰਚਾ। ਮੌਜੂਦਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਈਆ ਨੇ ਵੀ ਠੋਕੀ ਕਾਂਗਰਸ ਦੀ ਟਿਕਟ ਤੇ ਦਾਅਵੇਦਾਰੀ। ਸਿੱਧੂ ਮੂਸੇਵਾਲਾ ਤੇ ਚੁੱਕੇ ਸਵਾਲ। ਆਮ ਆਦਮੀ ਪਾਰਟੀ ਦਾ ਸਿੱਖ ਸਮਾਜ ਮੋਰਚੇ ਤੇ ਵੱਡਾ ਇਲਜ਼ਾਮ। ਕਿਹਾ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਤੋੜਨ ਲਈ ਸਿੱਖ ਸਮਾਜ ਮੋਰਚੇ ਦੇ ਰਿਹਾ ਹੈ ਪੈਸਿਆਂ ਦਾ ਲਾਲਚ। ਬੀਜੇਪੀ ਤੇ ਵੀ ਕੈਪਟਨ ਢੀਂਡਸਾ ਤੋਂ ਬਿਨਾਂ ਗੁਪਤ ਸਮਝੌਤੇ ਕਰਨ ਦੇ ਲਗਾਏ ਇਲਜ਼ਾਮ। ਸੰਯੁਕਤ ਕਿਸਾਨ ਮੋਰਚੇ ਦੀ ਅੱਜ ਅਹਿਮ ਬੈਠਕ। ਚੋਣਾਂ 'ਚ ਹਿੱਸਾ ਲੈ ਰਹੇ ਕਿਸਾਨ ਲੀਡਰਾਂ ਬਾਰੇ ਲਿਆ ਜਾ ਸਕਦਾ ਹੈ ਫੈਸਲਾ। ਅੱਗੇ ਦੀ ਰਣਨੀਤੀ ਤੇ ਵੀ ਹੋਵੇਗਾ ਮੰਥਨ। ਚੋਣਾਂ ਤੋਂ ਪਹਿਲਾਂ ਰਾਮ ਰਹੀਮ ਦੇ ਡੇਰਿਆਂ ਤੇ ਗੇੜੇ ਕੱਢਣ ਲੱਗੇ ਸਿਆਸਤਦਾਨ। ਪਰ ਡੇਰੇ ਦੇ ਅਜੇ ਤੱਕ ਪੂਰੀ ਤਰ੍ਹਾਂ ਨਹੀਂ ਖੋਲੇ ਆਪਣੇ ਪੱਤੇ। ਸਿਆਸੀ ਵਿੰਗ ਦੇ ਮੁਖੀ ਰਾਮ ਸਿੰਘ ਨੇ ਕੀਤਾ ਇਸ਼ਾਰਾ। ਉਮੀਦਵਾਰ ਨੂੰ ਦੇਖ ਕੇ ਹੋਵੇਗਾ ਸਮਰਥਨ। ਪੰਜਾਬ 'ਚ ਹੋਰ ਤੇਜ਼ ਹੋਈ ਕਰੋਨਾ ਦੀ ਲਹਿਰ। 24 ਘੰਟਿਆਂ 'ਚ 21 ਮੌਤਾਂ, 7600 ਤੋਂ ਵੱਧ ਆਏ ਕੇਸ। ਲੁਧਿਆਣਾ ਸਭ ਤੋਂ ਵੱਧ ਪੋਜ਼ਿਟਿਵਿਟੀ ਰੇਟ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਰਬਜੋਤ ਕੌਰ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਚੋਣ ਕਮਿਸ਼ਨ ਨਾਲ। ਜੀ ਹਾਂ, ਚੋਣ ਕਮਿਸ਼ਨ ਦੀ ਕੋਵਿਡ ਰਿਵਿਊ ਮੀਟਿੰਗ ਅੱਜ ਹੋਣ ਜਾ ਰਹੀ ਹੈ। ਤਾਂ ਦੱਸ ਦਈਏ ਕਿ ਰੋਡ ਸ਼ੋਅ ਰੈਲੀਆਂ ਤੇ ਲੱਗੀ ਪਾਬੰਦੀ ਤੇ ਹੋ ਸਕਦਾ ਹੈ ਕੋਈ ਫੈਸਲਾ। ਦੇਸ਼ ਦੀਆਂ ਕਈ ਪਾਰਟੀਆਂ ਵੱਲੋਂ ਫੈਸਲਾ ਵਿਚਾਰਨ ਦੀ ਮੰਗ ਕੀਤੀ ਗਈ ਹੈ। ਇਲੈਕਸ਼ਨ ਕਮਿਸ਼ਨ ਵੱਲੋਂ ਅਕਾਲੀ ਦਲ ਨੇ ਵੀ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਭੇਜ ਕੇ ਅਪੀਲ ਕੀਤੀ ਸੀ ਕਿ ਰੈਲੀਆਂ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਪੰਜਾਬ ਸਮੇਤ 5 ਸੂਬਿਆਂ ਦੀਆਂ ਚੋਣਾਂ ਦਾ ਐਲਾਨ ਕਰਦੇ ਹੋਏ ਚੋਣ ਕਮਿਸ਼ਨ ਨੇ 15 ਜਨਵਰੀ ਤੱਕ ਸਾਰੇ ਤਰ੍ਹਾਂ ਦੀਆਂ ਰੈਲੀਆਂ ਤੇ ਰੋਕ ਲਾਈ ਸੀ। ਤਾਂ ਦੱਸ ਦਈਏ ਤੇ ਸਿਰਫ ਵਰਚੁਅਲ ਕੈਂਪੇਨ ਦੀ ਇਜਾਜ਼ਤ ਦਿੱਤੀ ਗਈ ਸੀ। ਤਾਂ ਦੱਸ ਦਈਏ ਕਿ ਕੋਵਿਡ ਮਹਾਮਾਰੀ ਕਰਕੇ 5 ਰਾਜਾਂ 'ਚ ਰੈਲੀਆਂ, ਰੋਡ ਸ਼ੋਅ, ਨੁੱਕੜ ਮੀਟਿੰਗਸ ਤੇ ਰੋਕ ਲੱਗੀ ਸੀ 15 ਜਨਵਰੀ ਤੱਕ। ਓਨਲੀ ਡੋਰ ਟੂ ਡੋਰ ਕੈਂਪੇਨ ਅਲਾਉਡ ਸੀ, ਉਹ ਵੀ 5 ਬੰਦਿਆਂ ਤੱਕ। ਤੇ ਅਕਾਲੀ ਦਲ ਨੇ ਵੀ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਅਪੀਲ ਕੀਤੀ ਸੀ ਕਿ ਰੈਲੀਆਂ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਨਾਲੇ ਹਰ ਹਲਕੇ 'ਚ ਵਰਚੁਅਲੀ ਵੋਟਰਾਂ ਤੱਕ ਪਹੁੰਚਣਾ ਮੁਸ਼ਕਿਲ ਹੈ। ਤਾਂ ਦੱਸ ਦਈਏ ਕਿ ਪਿਛਲੇ ਦਿਨੀ ਵੀ ਜਦ ਕੇਜਰੀਵਾਲ 2 ਦਿਨਾਂ ਪੰਜਾਬ ਦੌਰੇ ਤੇ ਆਏ ਸੀ ਤਾਂ ਉਹ ਖਰੜ 'ਚ ਡੋਰ ਟੂ ਡੋਰ ਕੈਂਪੇਨ ਲਈ ਗਏ ਸੀ। ਪਰ 5 ਬੰਦੇ ਜ਼ਿਆਦਾ ਹੋਣ ਕਰਕੇ ਖਰੜ ਦੇ ਐਸਡੀਐਮ ਨੇ ਆਪ ਨੂੰ ਨੋਟਿਸ ਜਾਰੀ ਕਰ ਜਵਾਬ ਮੰਗਿਆ ਸੀ। ਤੇ ਤੁਹਾਨੂੰ ਦੱਸ ਦਈਏ ਕਿ ਅੱਜ ਚੋਣ ਕਮਿਸ਼ਨ ਦੀ ਕੋਵਿਡ ਰਿਵਿਊ ਮੀਟਿੰਗ ਹੋਣ ਜਾ ਰਹੀ ਹੈ। ਰੋਡ ਸ਼ੋਅ ਰੈਲੀਆਂ ਤੇ ਲੱਗੀ ਪਾਬੰਦੀ ਤੇ ਕੋਈ ਫੈਸਲਾ ਹੋ ਸਕਦਾ ਹੈ। ਅਕਾਲੀ ਦਲ ਰੈਲੀਆਂ ਤੇ ਰੋਕ ਹਟਾਉਣ ਦੀ ਮੰਗ ਕਰ ਰਿਹਾ ਹੈ। ਤਾਂ ਭਗਵੰਤ ਮਾਨ ਦਾ ਦਾਅਵਾ ਕਿ ਅਕਾਲੀ ਦਲ ਕੋਲ ਡੋਰ ਟੂ ਡੋਰ ਜਾ ਕੇ ਪ੍ਰਚਾਰ ਕਰਨ ਲਈ ਵਰਕਰ ਹੀ ਨਹੀਂ ਹਨ। ਜਾਣ ਨੂੰ ਕੋਈ ਵਲੰਟੀਅਰ ਤਾਂ ਹੈ ਨਹੀਂ। ਉਹ ਰੈਲੀਆਂ ਕਰਦੇ ਆ, ਉਹ ਵੀ ਜਿਹੜੀਆਂ ਜਿਵੇਂ ਉਹਨੂੰ ਕਰਦੇ ਨੇ, ਬੱਸਾਂ ਭਰ ਲਿਆਉਂਦੇ ਨੇ, ਕੀ ਲਾਲਚ ਦੇ ਕੇ ਲਿਆਉਂਦੇ ਨੇ, ਉਹ ਉਹਨਾਂ ਦੀਆਂ ਬੰਦ ਹੋ ਗਈਆਂ। ਆਮ ਆਦਮੀ ਪਾਰਟੀ ਤਾਂ ਰੋਡ ਆਪਣਾ ਡੋਰ ਟੂ ਡੋਰ ਦੀ ਸਪੈਸ਼ਲਿਸਟ ਹੈ। ਅਸੀਂ ਤਾਂ ਸ਼ੁਰੂ ਕੀਤਾ ਸੀ ਦਿੱਲੀ 'ਚ ਇਹ ਕੰਮ, ਸੋ ਸਾਡੇ ਲਈ ਤਾਂ ਕੋਈ ਪ੍ਰੋਬਲਮ ਨਹੀਂ ਹੈ। ਸਾਡੀਆਂ ਫੌਜਾਂ ਤਾਂ ਲੱਗੀਆਂ ਹੋਈਆਂ ਨੇ। ਸੋਸ਼ਲ ਮੀਡੀਆ 'ਤੇ ਅਸੀਂ ਬਹੁਤ ਐਕਟਿਵ ਹਾਂ। ਜਨੂਨੀ ਨੇ ਸਾਡੇ ਜਿਹੜੇ ਭਮੱਕੜ ਨੇ। ਸੋ ਇਸ ਕਰਕੇ ਹਾਂ, ਅੱਗੇ ਉਮੀਦ ਕਰਦੇ ਹਾਂ ਕੱਲ੍ਹ ਨੂੰ ਕਿ ਜੇ ਇਲੈਕਸ਼ਨ ਕਮਿਸ਼ਨ ਥੋੜ੍ਹੀ ਜਿਹੀ ਢਿੱਲ ਦੇ ਰੈਲੀਆਂ ਕੋਵਿਡ ਦੀਆਂ ਗਾਈਡਲਾਈਨਸ ਦੇ ਮੁਤਾਬਕ ਹੋ ਜਾਣ ਤਾਂ ਅਸੀਂ ਵੀ ਸ਼ੁਰੂ ਕਰ ਲਾਂਗੇ। ਆਮ ਆਦਮੀ ਪਾਰਟੀ ਨੇ ਸਿੱਖ ਸਮਾਜ ਮੋਰਚੇ ਤੇ ਗੰਭੀਰ ਇਲਜ਼ਾਮ ਲਗਾਏ ਨੇ। ਪੈਸੇ ਦੇ ਲਾਲਚ ਨਾਲ ਵਰਕਰਾਂ ਨੂੰ ਭਰਮਾਉਣ ਦੇ ਇਲਜ਼ਾਮ ਹੀ ਨਹੀਂ, ਸਿਰਫ ਸਿੱਖ ਸਮਾਜ ਮੋਰਚਾ ਤੇ ਹੀ ਨਹੀਂ, ਬੀਜੇਪੀ ਨੂੰ ਵੀ ਸਵਾਲਾਂ ਦੇ ਘੇਰੇ 'ਚ ਖੜਾ ਕੀਤਾ ਹੈ। ਗੱਠਜੋੜ ਦੀ ਗੱਲਬਾਤ ਨਾ ਬਣਨ ਤੋਂ ਬਾਅਦ ਸੰਯੁਕਤ ਸਮਾਜ ਮੋਰਚਾ ਤੇ ਆਮ ਆਦਮੀ ਪਾਰਟੀ ਵਿੱਚ ਠਣ ਗਈ ਹੈ। ਆਪ ਦੇ ਵਿਧਾਇਕ ਮੀਤ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਆਗੂਆਂ ਨੂੰ ਮੋਰਚੇ ਦੇ ਵੱਲੋਂ ਆਪਣੇ ਪੈਸੇ ਤੇ ਚੋਣ ਲੜਵਾਉਣ ਦਾ ਲਾਲਚ ਦਿੱਤਾ ਜਾ ਰਿਹਾ ਹੈ। ਆਪ ਨੇ ਪਾਰਟੀ ਦੇ ਆਗੂ ਜਸਪ੍ਰੀਤ ਸਿੰਘ ਨੂੰ ਸਬੂਤ ਦੇ ਤੌਰ ਤੇ ਪੇਸ਼ ਕੀਤਾ, ਜਿਸ ਨੇ ਇਹ ਗੱਲ ਕਬੂਲੀ ਹੈ ਕਿ ਉਹਨਾਂ ਨੂੰ ਮੋਰਚੇ ਵੱਲੋਂ ਚੋਣ ਲੜਨ ਦਾ ਲਾਲਚ ਦਿੱਤਾ ਗਿਆ।
ਐਸਐਸਐਮ ਦੀ ਲੀਡਰਸ਼ਿਪ ਨੂੰ ਰਾਜੇਵਾਲ ਸਾਹਿਬ ਦਾ ਜਿਹੜਾ ਫਰੰਟ ਹੈ ਉਹਨਾਂ ਨੂੰ ਇਹ ਕਲੀਅਰ ਕਰਨੀ ਚਾਹੀਦੀ ਹੈ ਵੀ ਭਾਈ ਜਿਹੜਾ ਇੰਨਾ ਪੈਸਾ ਆ ਰਿਹਾ ਹੈ, ਜਿਹੜਾ ਤੁਸੀਂ ਸਾਡੇ ਵਰਕਰਸ ਨੂੰ ਕਹਿਣਾ ਵੀ ਤੁਹਾਡੀ ਇਲੈਕਸ਼ਨ ਲੜਾਂਗੇ ਸਾਰਾ ਕੁਝ ਦੇਵਾਂਗੇ, ਇਹ ਪਿੱਛੋਂ ਦੇ ਕੌਣ ਰਿਹਾ? ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੂੰ ਇੱਥੋਂ ਤੱਕ ਪੇਸ਼ਕਸ਼ ਕੀਤੀ ਗਈ ਕਿ ਤੁਹਾਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਏਗਾ, ਚਾਹੇ ਉਹ ਕਿਸੇ ਤਰ੍ਹਾਂ ਦਾ ਵੀ ਹੋਵੇ, ਧਨ ਦਾ, ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਕਰਨ ਦੀ ਲੋੜ ਨਹੀਂ। ਸਿਰਫ ਇੰਨਾ ਹੀ ਨਹੀਂ, ਆਮ ਆਦਮੀ ਪਾਰਟੀ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਦੇ ਵੋਟ ਵੰਡਣ ਦੇ ਬੀਜੇਪੀ ਅਸਿੱਧੇ ਤੌਰ ਤੇ ਕਿਸਾਨ ਸਮਾਜ ਮੋਰਚੇ ਨੂੰ ਫੰਡਿੰਗ ਕਰ ਰਹੀ ਹੈ। ਉਧਰ ਕਿਸਾਨਾਂ ਨੇ ਆਪ ਦੇ ਦਾਅਵੇ ਤੇ ਪਲਟਵਾਰ ਕੀਤਾ। ਸਾਰੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਹੈ ਬੀਜੇਪੀ ਚਾਹੁੰਦੀ ਹੈ ਕਿ ਆਮ ਆਦਮੀ ਪਾਰਟੀ ਦੀ ਵੋਟ ਹੈ ਜਿਹੜੀ ਡਿਵਾਈਡ ਹੋਵੇ, ਕਿਸ ਤਰ੍ਹਾਂ ਇਹਨਾਂ ਨੂੰ ਮੈਜੋਰਟੀ ਤੋਂ ਰੋਕਿਆ ਜਾਵੇ। ਕਿਸੇ ਵੀ ਪਾਰਟੀ ਤੋਂ ਦਲ ਬਦਲ ਕੇ ਸਾਡੇ ਕੋਲ ਟਿਕਟ ਲਈ ਆਏਗਾ ਤਾਂ ਇਸ ਟ੍ਰੈਂਡ ਤੋਂ ਡਿਸਕਰੇਜ ਲਈ ਕਰਨ ਲਈ ਅਸੀਂ ਬੈਠੇ ਹਾਂ। ਉਹਨਾਂ ਨੂੰ ਕਿਸੇ ਨੂੰ ਮੂੰਹ ਨਹੀਂ ਲਾਵਾਂਗੇ ਅਸੀਂ, ਭਾਵੇਂ ਜਿੰਨਾ ਕੋਈ ਹੋਵੇ ਮਰਜ਼ੀ। ਹਾਲਾਂਕਿ ਬੀਜੇਪੀ ਨਾਲ ਗੱਠਜੋੜ ਵਿੱਚ ਚੋਣ ਲੜ ਰਹੀ ਅਕਾਲੀ ਦਲ ਸੰਯੁਕਤ ਨੂੰ ਵੀ ਇਹ ਮੋਰਚੇ ਦੇ ਮੈਦਾਨ ਵਿੱਚ ਉਤਰਨ ਤੇ ਸਿਆਸੀ ਨੁਕਸਾਨ ਨਜ਼ਰ ਆ ਰਿਹਾ ਹੈ। ਦੇਖੋ, ਅੱਜ ਤਾਂ ਕੁਝ ਵੀ ਕਹਿਣਾ ਸੰਭਵ ਨਹੀਂ, ਕਿਹਦੇ ਨਾਲ ਮੁਕਾਬਲਾ ਹੈ। ਹਾਂ, ਕਿਸਾਨ ਜ਼ਰੂਰ ਨੁਕਸਾਨ ਪਹੁੰਚਾਉਣਗੇ, ਸਾਨੂੰ ਵੀ ਪਹੁੰਚਾਉਣਗੇ, ਬਾਕੀ ਪਾਰਟੀਆਂ ਨੂੰ ਵੀ ਪਹੁੰਚਾਉਣਗੇ। ਜਿੱਥੇ ਜਿੱਥੇ ਕਿਸਾਨੀ ਵੋਟ ਹੈ ਉੱਥੇ ਪ੍ਰਭਾਵਿਤ ਹੋਣਗੇ ਹੀ ਹੋਣਗੇ। ਇਸ ਤੋਂ ਪਹਿਲਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਦਾਅਵਾ ਕੀਤਾ ਸੀ ਕਿ ਸੰਯੁਕਤ ਸਮਾਜ ਮੋਰਚੇ ਦੇ ਮੈਦਾਨ ਦੇ ਵਿੱਚ ਉਤਰਨ ਦੇ ਨਾਲ ਉਹਨਾਂ ਨੂੰ ਨੁਕਸਾਨ ਹੋ ਸਕਦਾ ਹੈ। ਜਦਕਿ ਰਾਘਵ ਚੱਡਾ ਨੇ ਇਸ਼ਾਰਿਆਂ ਵਿੱਚ ਮੋਰਚੇ ਤੇ ਨਿਸ਼ਾਨਾ ਲਗਾਉਂਦੇ ਹੋਏ ਇਲਜ਼ਾਮ ਲਗਾਇਆ ਸੀ ਕਿ ਚੋਣ ਕਮਿਸ਼ਨ ਵੱਲੋਂ ਬੀਜੇਪੀ ਦੇ ਇਸ਼ਾਰੇ ਤੇ ਪਾਰਟੀ ਦੇ ਰਜਿਸਟ੍ਰੇਸ਼ਨ ਦਾ ਸਮਾਂ 30 ਤੋਂ ਘਟਾ ਕੇ 7 ਦਿਨ ਦਾ ਕਰ ਦਿੱਤਾ ਗਿਆ ਤਾਂ ਕਿ ਸੰਯੁਕਤ ਸਮਾਜ ਮੋਰਚੇ ਨੂੰ ਉਹਨਾਂ ਖਿਲਾਫ ਖੜਾ ਕੀਤਾ ਜਾ ਸਕੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਸੰਯੁਕਤ ਸਮਾਜ ਮੋਰਚੇ ਵੱਲੋਂ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ ਕਰਨ ਦੀ ਤਿਆਰੀ ਹੈ। ਮੋਰਚੇ ਮੁਤਾਬਿਕ 16 ਜਨਵਰੀ ਨੂੰ ਸਾਰੇ ਉਮੀਦਵਾਰ ਐਲਾਨ ਦਿੱਤੇ ਜਾਣਗੇ। ਸੰਯੁਕਤ ਸਮਾਜ ਮੋਰਚਾ ਹੁਣ ਪੂਰੀ ਤਰ੍ਹਾਂ ਚੋਣ ਮੂਡ ਦੇ ਵਿੱਚ ਨਜ਼ਰ ਆ ਰਿਹਾ ਹੈ। ਮੋਰਚੇ ਨੇ ਦਾਅਵਾ ਕੀਤਾ ਹੈ ਕਿ 117 ਸੀਟਾਂ ਦੇ ਲਈ ਉਹਨਾਂ ਦੇ ਕੋਲ 1200 ਤੋਂ ਵੱਧ ਅਰਜ਼ੀਆਂ ਆਈਆਂ ਹੋਈਆਂ ਨੇ, ਜਿਸ ਦੇ ਵਿੱਚ ਸਿੱਖਿਆ ਦੇ ਨਾਲ ਜੁੜੇ ਲੋਕ ਸਭ ਤੋਂ ਵੱਧ ਨੇ। ਪਰ ਸਾਰੀਆਂ ਅਰਜ਼ੀਆਂ ਦੀ ਜਾਂਚ ਤੋਂ ਬਾਅਦ ਉਹ ਅਗਲੇ 2 ਦਿਨਾਂ ਦੇ ਅੰਦਰ ਉਮੀਦਵਾਰਾਂ ਦੀ ਵੱਡੀ ਲਿਸਟ ਜਾਰੀ ਕਰਨਗੇ। ਅਸੀਂ ਪਰਸੋਂ ਲਿਸਟ ਜਾਰੀ ਕਰਾਂਗੇ, ਕਾਫੀ ਵੱਡੀ 16 ਤਰੀਕ ਨੂੰ ਪਰਸੋਂ ਜਾਰੀ ਕਰਾਂਗੇ, ਕਿਉਂਕਿ ਅੱਜ ਜਿਹੜੀਆਂ ਐਪਲੀਕੇਸ਼ਨ ਆਈਆਂ ਸਕੂਟਰੀ ਹੋ ਰਹੀ ਹੈ। ਅੱਜ ਰਾਤ ਨੂੰ ਬੈਠਾਂਗੇ, ਕੱਲ ਨੂੰ ਬੈਠਾਂਗੇ, ਬੈਸਟ ਉਮੀਦਵਾਰ ਤੁਹਾਨੂੰ ਪੇਸ਼ ਕਰਾਂਗੇ ਜਿਸ ਤਰ੍ਹਾਂ ਪਹਿਲੀ ਲਿਸਟ ਪੇਸ਼ ਕੀਤੇ। ਪਹਿਲੀ ਲਿਸਟ ਦੇਖੋ ਕਿੰਨੇ 2-3 ਤਾਂ ਐਡਵੋਕੇਟਸ ਨੇ, ਪ੍ਰੋਫੈਸਰ ਨੇ, ਡਾਕਟਰ ਨੇ, ਇਹੋ ਜਿਹੀ ਕੋਈ ਪਾਰਟੀ ਪੇਸ਼ ਤਾਂ ਕਰਕੇ ਦਿਖਾਵੇ ਨਾ। ਉਧਰ ਸੰਯੁਕਤ ਸਮਾਜ ਮੋਰਚੇ ਨੇ ਸਾਫ਼ ਕੀਤਾ ਹੈ ਕਿ ਗੁਰਨਾਮ ਸਿੰਘ ਚੜੂਨੀ ਦੇ ਨਾਲ ਕੋਈ ਮਤਭੇਦ ਨਹੀਂ ਹੈ ਅਤੇ ਉਹ ਕਿਸੇ ਵੀ ਹਾਲਾਤ ਦੇ ਵਿੱਚ ਕਿਸਾਨਾਂ ਦੀ ਵੋਟ ਵੰਡਣ ਨਹੀਂ ਦੇਣਗੇ। 32 ਜਥੇਬੰਦੀਆਂ ਸੀ ਉੱਥੇ, ਉਹਨਾਂ ਦੇ ਵਿੱਚ ਵੀ ਬੜੀ ਬਹਿਸ ਹੁੰਦੀ ਸੀ। ਬਹਿਸ ਕਰਕੇ ਅਸੀਂ ਇੱਕ ਫੈਸਲਾ ਕਰਕੇ ਉੱਠਦੇ ਸੀ, ਉਹ ਹੋ ਜਾਂਦਾ ਸੀ। ਹੁਣ ਸਾਡੇ ਵਿੱਚ ਚੱਲ ਰਹੀ ਹੈ, ਕੋਈ ਐਸੀ ਗੱਲ ਨਹੀਂ ਹੈ। ਅੱਜ ਹੋਈ ਕਿ ਕੱਲ ਵੀ ਤੁਹਾਡੇ ਸਾਹਮਣੇ ਆ ਜਾਏਗੀ। ਇਕੱਠੀ ਪ੍ਰੈਸ ਕਾਨਫਰੰਸ ਕਰਾਂਗੇ, ਇਕੱਠੇ ਲੜਾਂਗੇ, ਕਿਸਾਨਾਂ ਦੀ ਵੋਟ ਡਿਵਾਈਡ ਨਹੀਂ ਹੋਣ ਦੇਵਾਂਗੇ। ਕਿਸਾਨ ਜਥੇਬੰਦੀਆਂ ਦੇ ਚੋਣ ਮੈਦਾਨ ਦੇ ਵਿੱਚ ਉਤਰਨ ਤੋਂ ਬਾਅਦ ਪੰਜਾਬ ਦਾ ਸਿਆਸੀ ਸਮੀਕਰਨ ਪੂਰੀ ਤਰ੍ਹਾਂ ਦੇ ਨਾਲ ਬਦਲ ਗਿਆ ਹੈ। ਸੰਯੁਕਤ ਸਮਾਜ ਮੋਰਚੇ ਦੇ ਨਾਲ ਨੁਕਸਾਨ ਕਿਸ ਨੂੰ ਹੋਵੇਗਾ, ਇਸ ਦਾ ਹਿਸਾਬ ਕਿਤਾਬ ਵੀ ਸ਼ੁਰੂ ਹੋ ਗਿਆ ਹੈ। ਸਭ ਤੋਂ ਵੱਧ ਨੁਕਸਾਨ ਦਾ ਅੰਦੇਸ਼ਾ ਆਮ ਆਦਮੀ ਪਾਰਟੀ ਨੂੰ ਲੱਗ ਰਿਹਾ ਹੈ। ਇਸ ਲਈ ਪਾਰਟੀ ਨੇ ਹੁਣ ਖੁੱਲ੍ਹ ਕੇ ਸੰਯੁਕਤ ਸਮਾਜ ਮੋਰਚੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਲੁਧਿਆਣਾ ਤੋਂ ਰੋਹਿਤ ਗੌਡ, ਨਿਊਜ਼ 18 ਪੰਜਾਬ। ਕਾਂਗਰਸ ਟਿਕਟ ਵੰਡ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਖਬਰ ਹੈ ਕਿ ਸੋਨੀਆ ਗਾਂਧੀ ਦੀ ਪ੍ਰਧਾਨਗੀ ਵਿੱਚ ਹੋਈ ਸੀਈਸੀ ਦੀ ਮੀਟਿੰਗ 'ਚ ਵੀ ਦਿੱਗਜ ਆਗੂਆਂ ਵਿੱਚ ਮਤਭੇਦ ਖੁੱਲ੍ਹ ਕੇ ਸਾਹਮਣੇ ਆਏ। ਸੀਐਮ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਵਿਚਾਲੇ ਕਈ ਸੀਟਾਂ ਨੂੰ ਲੈ ਕੇ ਸਹਿਮਤੀ ਨਹੀਂ ਬਣੀ। ਪੰਜਾਬ ਕਾਂਗਰਸ ਦੀ ਸਕਰੀਨਿੰਗ ਕਮੇਟੀ ਨੇ 60 ਦੇ ਕਰੀਬ ਉਮੀਦਵਾਰਾਂ ਦੇ ਨਾਂ ਤੈਅ ਕਰ ਦਿੱਤੇ ਸਨ। ਵੀਰਵਾਰ ਨੂੰ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਦੇ ਵਿੱਚ ਜਦੋਂ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਇਹਨਾਂ ਨਾਵਾਂ ਤੇ ਮੋਹਰ ਲੱਗਣੀ ਸੀ ਤਾਂ ਉਸੇ ਵੇਲੇ ਸੂਤਰਾਂ ਦੇ ਮੁਤਾਬਕ ਸਕਰੀਨਿੰਗ ਕਮੇਟੀ ਦੇ ਵਿੱਚ ਤੈਅ ਨਾਵਾਂ ਤੇ ਸੀਐਮ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸੁਨੀਲ ਜਾਖੜ ਦੇ ਵਿਚਾਲੇ ਮਤਭੇਦ ਉੱਭਰਨੇ ਸ਼ੁਰੂ ਹੋ ਗਏ। ਸੋਨੀਆ ਗਾਂਧੀ ਨੇ ਸਾਰੇ ਆਗੂਆਂ ਨੂੰ ਸਵਾਲ ਕੀਤਾ ਕਿ ਜੇਕਰ ਉਮੀਦਵਾਰਾਂ ਦੇ ਨਾਵਾਂ ਤੇ ਮਤਭੇਦ ਸਨ ਤਾਂ ਫਿਰ ਕਿਉਂ ਇਸ ਲਿਸਟ ਨੂੰ ਸੀਈਸੀ ਦੇ ਵਿੱਚ ਲਿਆਂਦਾ ਗਿਆ, ਜਿਸ ਤੋਂ ਬਾਅਦ ਸੋਨੀਆ ਗਾਂਧੀ ਨੇ ਮੁੜ ਤੋਂ ਸਕਰੀਨਿੰਗ ਕਮੇਟੀ ਦੇ ਮੈਂਬਰਾਂ ਨੂੰ ਵਿਚਾਰ ਕਰਕੇ ਫਾਈਨਲ ਲਿਸਟ ਸੀਈਸੀ ਕੋਲ ਭੇਜਣ ਦੇ ਹੁਕਮ ਦਿੱਤੇ ਨੇ। ਕਾਂਗਰਸ ਦੇ ਆਗੂ ਟਿਕਟ ਵੰਡ ਨੂੰ ਲੈ ਕੇ ਪੈਦਾ ਹੋਏ ਮਤਭੇਦ ਨੂੰ ਸਿਰੇ ਤੋਂ ਖਾਰਿਜ ਤਾਂ ਨਹੀਂ ਕਰ ਰਹੇ, ਪਰ ਇਸ ਨੂੰ ਵੱਡਾ ਮਸਲਾ ਵੀ ਨਹੀਂ ਮੰਨ ਰਹੇ ਨੇ। ਡਿਸਕਸ਼ਨ ਤਾਂ ਹਰੇਕ ਥਾਂ ਦੇ ਉੱਤੇ ਬਣਦੀ ਹੋਈ ਹੈ ਨਾ। ਡਿਸਕਸ਼ਨ ਤਾਂ ਕੋਈ ਮਾੜੀ ਗੱਲ ਨਹੀਂ ਹੁੰਦੀ। ਆਪਸ ਦੇ ਵਿੱਚ ਬੈਠ ਕੇ ਪਰਿਵਾਰ 'ਚ ਵੀ ਕਿਤੇ ਵੀ ਡਿਸਕਸ਼ਨ ਤਾਂ ਇੱਕ ਚੰਗਾ ਨਤੀਜਾ ਹੀ ਲੈ ਕੇ ਆਉਂਦੀ। ਕੁਛ ਇਹੋ ਜਿਹਾ ਨਹੀਂ ਹੋਇਆ, ਕੁਛ ਇਹੋ ਜਿਹਾ ਨਹੀਂ ਹੋਇਆ। ਔਰ ਜਦੋਂ ਵੀ ਅਸੀਂ ਡਿਸਕਸ਼ਨ 'ਚ ਬੈਠਦੇ ਹਾਂ ਆਪਣੇ ਵਿਊਜ਼ ਦੇਣੇ, ਹਰ ਇੱਕ ਬੰਦੇ ਦਾ ਆਪਣਾ
ਅਧਿਕਾਰ ਹੁੰਦਾ ਆ ਔਰ ਮੀਟਿੰਗਾਂ ਹੀ ਵਿਊਜ਼ ਲੈਣ ਲਈ ਰੱਖੀਆਂ ਜਾਂਦੀਆਂ ਨੇ। ਦੁਨੀਆ ਸਾਡੇ ਲੀਡਰ ਨੇ, ਹੈੱਡ ਨੇ, ਸਾਰੇ ਮੰਨਦੇ ਆ। ਉਹਨਾਂ ਦੇ ਹੈੱਡ ਥੱਲੇ ਮੀਟਿੰਗਾਂ ਹੋਈਆਂ, ਮੈਂ ਬੜੀਆਂ ਮੀਟਿੰਗਾਂ ਕੀਤੀਆਂ ਬਤੌਰ ਪ੍ਰਧਾਨ, ਬਤੌਰ ਸੀਐਮ। ਉੱਥੇ ਹਰ ਬੰਦਾ ਜਦੋਂ ਆਪਣੀ ਗੱਲ ਰੱਖਦਾ ਹੈ, ਡਿਸਕਸ਼ਨ ਹੁੰਦੀ ਹੈ, ਜ਼ਰੂਰੀ ਨਹੀਂ ਕਿ ਸਾਰੇ ਉਸ ਦੇ ਨਾਲ ਸਹਿਮਤ ਹੋਣ। ਅਸੀਂ ਉਹ ਕੋਈ ਮਿਲ ਕੇ ਕੋਈ ਇੱਕ ਸਾਂਝਾ ਇੱਕ ਰਗ ਮਿਲਾ ਕੇ ਨਾਲ ਗੀਤ ਨਹੀਂ ਗਾਉਣਾ ਹੁੰਦਾ, ਆਪੋ ਆਪਣੀ ਫੀਡਬੈਕ ਦੇ ਮੁਤਾਬਕ ਦੇਣਾ ਹੁੰਦਾ ਹੈ। ਜਿਹਨੂੰ ਆਪਾਂ ਕਹਿਣ ਦੇ ਵਿੱਚ ਪੇਚ ਫਸ ਗਿਆ ਫਲਾਨਾ, ਨਥਿੰਗ ਹੈ ਜੀ, ਕੋਈ ਗੱਲ ਹੋਈ ਵੀ ਨਹੀਂ ਹੈ। ਕਾਂਗਰਸ ਦੇ ਵਿੱਚ ਟਿਕਟ ਵੰਡ ਨੂੰ ਲੈ ਕੇ ਮਤਭੇਦ ਦੀਆਂ ਖਬਰਾਂ ਤੇ ਪੰਜਾਬ ਆਪ ਦੇ ਪ੍ਰਧਾਨ ਭਗਵੰਤ ਮਾਨ ਨੇ ਤੰਜ ਕੱਸਿਆ ਹੈ। ਉਹਨਾਂ ਦਾਅਵਾ ਕੀਤਾ ਕਿ ਸਿੱਧੂ ਬਾਗੀ ਹੋ ਰਹੇ ਨੇ ਅਤੇ ਇਸ ਦਾ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੇਗਾ। ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਿਹੜੇ ਟਵੀਟ ਨੇ ਉਹ ਕਿਤੇ ਨਾ ਕਿਤੇ ਬਾਗੀ ਹੁੰਦੇ ਜਾ ਰਹੇ ਨੇ। ਆਉਣ ਵਾਲੇ 2-4 ਦਿਨਾਂ 'ਚ ਸ਼ਾਇਦ ਪੰਜਾਬ ਕਾਂਗਰਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਵੱਖ-ਵੱਖ ਪਾਵਰ ਸੈਂਟਰ ਬਣੇ ਹੋਏ ਨੇ, ਉਸ ਤੋਂ ਬਾਅਦ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਨਜ਼ਰ ਨਹੀਂ ਆ ਰਹੀ, ਜਿਸ ਦਾ ਅਸਰ ਟਿਕਟ ਵੰਡ ਤੇ ਸਾਫ਼ ਦੇਖਣ ਨੂੰ ਮਿਲ ਰਿਹਾ ਹੈ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਪੰਕਜ ਕਪਾਹੀ, ਨਿਊਜ਼ 18। ਹੁਣ ਗੱਲ ਕਰਾਂਗੇ ਪੰਜਾਬ ਕਾਂਗਰਸ। ਜੀ ਹਾਂ, ਮਾਨਸਾ ਦੀ ਟਿਕਟ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ ਕਾਂਗਰਸ 'ਚ। ਨਵਜੋਤ ਸਿੱਧੂ ਨੂੰ ਮਿਲੇ ਨੇ ਮੂਸੇਵਾਲਾ। ਤਾਂ ਦੱਸਦੇ ਕਿ ਟਿਕਟ ਦੀ ਦਾਅਵੇਦਾਰੀ ਨੂੰ ਲੈ ਕੇ ਅੱਜ ਚਰਚਾ ਕੀਤੀ ਗਈ ਹੈ। ਮਾਨਸਾ ਤੋਂ ਮਾਨਸ਼ਾਹੀਆ ਨੇ ਆਪਣੀ ਜੋ ਦਾਅਵੇਦਾਰੀ ਉਹ ਠੋਕੀ। ਹਾਈ ਕਮਾਨ ਨੂੰ ਮੂਸੇਵਾਲਾ ਖਿਲਾਫ ਚਿੱਠੀ ਲਿਖੀ ਗਈ ਹੈ। ਨਾਲ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਗਾਇਕ ਨੂੰ ਅਗਰ ਟਿਕਟ ਦਿੱਤੀ ਗਈ ਤੇ ਮੇਰੇ ਕੋਲ ਹੋਰ ਵੀ ਬਦਲ ਖੁੱਲੇ ਨੇ। ਤਾਂ ਦੱਸ ਦਈਏ ਕਿ ਮੂਸੇਵਾਲਾ ਅਕਸਰ ਸੁਰਖੀਆਂ 'ਚ ਰਹਿੰਦੇ ਨੇ। ਉੱਥੇ ਦੇ ਮੌਜੂਦਾ ਵਿਧਾਇਕ ਮਾਨਸ਼ਾਹੀਆ ਨੇ ਹੁਣ ਆਪਣੀ ਦਾਅਵੇਦਾਰੀ ਠੋਕੀ ਹੈ ਉਸ ਥੋਂ ਦੀ ਮਾਨਸਾ ਤੋਂ। ਤਾਂ ਉਹਨਾਂ ਨੇ ਕਿਹਾ ਹੈ ਕਿ ਜੇ ਮੂਸੇਵਾਲਾ ਨੂੰ ਟਿਕਟ ਦਿੱਤੀ ਗਈ ਤਾਂ ਉਹਨਾਂ ਕੋਲ ਹੋਰ ਵੀ ਬਦਲ ਨੇ। ਤਾਂ ਦੱਸ ਦਈਏ ਕਿ ਪਿਛਲੇ ਦਿਨ ਵੀ ਮਾਨਸਾ ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰ ਮੂਸੇਵਾਲਾ ਨਾਲ ਵੀ ਚਰਚਾ 'ਚ ਰਹੇ ਸਨ। ਮੂਸੇਵਾਲਾ ਚੁਸਪਿੰਦਰ ਨੇ ਮੂਸੇਵਾਲਾ ਨੂੰ ਡੋਪ ਟੈਸਟ ਕਰਾਉਣ ਦੀ ਚੁਣੌਤੀ ਦੇ ਦਿੱਤੀ ਸੀ ਤੇ ਹੁਣ ਉੱਥੇ ਦੇ ਮੌਜੂਦਾ ਵਿਧਾਇਕ ਮਾਨਸ਼ਾਹੀਆ ਦਾ ਕਹਿਣਾ ਹੈ ਕਿ ਅਗਰ ਗਾਇਕ ਨੂੰ ਟਿਕਟ ਦਿੱਤੀ ਗਈ ਤਾਂ ਮੇਰੇ ਕੋਲ ਹੋਰ ਵੀ ਬਦਲ ਖੁੱਲੇ ਨੇ। ਜਿਹੜਾ ਡੌਪ 'ਚ ਫੇਲ ਹੋ ਗਿਆ ਉਹ ਘਰੇ ਬੈਠ ਜਾਊਗਾ, ਬਾਕੀ ਲੋਕਾਂ ਦੀ ਸੇਵਾ ਕਰਨੀ। ਮੈਂ ਤਾਂ ਕਿਹਾ ਹੀ ਨਹੀਂ ਹੈਗਾ ਵੀ ਮੈਂ ਕੋਈ ਦੁੱਧ ਧੋਤਾਂ ਕਮੀਆਂ ਸਾਰਿਆਂ ਦੇ ਵਿੱਚ ਹੁੰਦੀਆਂ ਨੇ। ਫਿਰ ਸੂਈ ਕਿੱਧਰ ਨੂੰ ਜਾਂਦੀ ਹੈ, ਨਸ਼ੇ ਕਰਨ ਦੀ ਜਾਂ ਕਰਾਉਣ ਦੀ ਜਾਂ ਕੋਈ ਹੋਰ ਹੈ। ਇੱਕ ਸੀਟ ਤੇ 3 ਦਾਅਵੇਦਾਰ। ਮਾਨਸਾ ਵਿਧਾਨ ਸਭਾ ਸੀਟ ਤੇ ਕਾਂਗਰਸ ਦੇ 3 ਦਾਅਵੇਦਾਰਾਂ ਨੇ ਕਾਂਗਰਸ ਦੀ ਨੀਂਦ ਉਡਾ ਦਿੱਤੀ ਹੈ। ਪਹਿਲਾਂ ਮਾਨਸਾ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਸਪਿੰਦਰ ਚਹਿਲ ਨੇ ਸਿੱਧੂ ਮੂਸੇਵਾਲਾ ਦੀ ਟਿਕਟ ਦੀ ਦਾਅਵੇਦਾਰੀ ਦਾ ਵਿਰੋਧ ਕੀਤਾ ਸੀ ਤੇ ਹੁਣ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਵੀ ਮਾਨਸਾ ਤੋਂ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਦਿੱਤੀ ਹੈ। ਕਾਂਗਰਸ ਨਾਲ ਅਫੀਲੀਏਸ਼ਨ ਹੋਣ ਕਰਕੇ, ਕਾਂਗਰਸ ਨਾਲ ਅਟੈਚਮੈਂਟ ਹੋਣ ਕਰਕੇ ਮੈਂ ਤਾਂ ਜਿੱਤੀ ਹੋਈ ਸੀਟ ਵੀ ਕਾਂਗਰਸ ਦੀ ਝੋਲੀ 'ਚ ਲਿਆ ਕੇ ਦੇਤੀ ਹੈ। ਤੇ ਫਿਰ ਕਾਂਗਰਸ ਨੂੰ ਇਸ ਚੀਜ਼ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਜਿਹੜਾ ਜਿੱਤ ਕੇ ਹੋਰ ਪਾਸਿਓਂ ਫਿਰ ਵੀ ਸਾਡੇ 'ਚ ਹੀ ਆ ਗਿਆ, ਸਾਡਾ ਇਹਨਾਂ ਮਾਣ ਰੱਖਿਆ, ਤੇ ਫਿਰ ਮਾਣ ਮੇਰਾ ਵੀ ਪਾਰਟੀ ਨੂੰ ਕਰਨਾ। ਸਿਰਫ ਇੰਨਾ ਹੀ ਨਹੀਂ, ਨਾਜਰ ਸਿੰਘ ਮਾਨਸ਼ਾਹੀਆ ਨੇ ਹਾਈ ਕਮਾਨ ਨੂੰ ਕਿਹਾ ਕਿ ਟਿਕਟ ਵੰਡਣ ਵੇਲੇ ਉਹਨਾਂ ਨੂੰ ਸਿੱਧੂ ਮੂਸੇਵਾਲਾ ਦੇ ਉਸ ਬਿਆਨ ਤੇ ਵੀ ਗੌਰ ਕਰਨਾ ਚਾਹੀਦਾ ਹੈ ਜਿਸ ਵਿੱਚ ਉਹ ਟਿਕਟ ਨਾ ਮਿਲਣ ਤੇ ਆਜ਼ਾਦ ਖੜੇ ਹੋਣ ਦੀ ਧਮਕੀ ਦੇ ਰਿਹਾ ਹੈ। ਜੇ ਟਿਕਟ ਵੀ ਦੇਣੀ ਹੋ ਪਾਰਟੀ ਨੂੰ ਉਹ ਕਰ ਲਾਂਗੇ, ਪਰ ਮੈਨੂੰ ਇਹ ਦੱਸੋ ਵੀ ਜਦੋਂ ਉਹਨੂੰ ਇੱਕ ਸਿਟਿੰਗ ਐਮਐਲਏ ਇੰਨਾ ਰਿਗਾਰਡ ਦੇ ਰਿਹਾ ਹੈ, ਕੀ ਉਹਦਾ ਬਣਦਾ ਸੀ ਵੀ ਜੇ ਮੈਨੂੰ ਪਾਰਟੀ ਨੇ ਟਿਕਟ ਨਾ ਦਿੱਤੀ ਤੇ ਮੈਂ ਆਜ਼ਾਦ ਲੜਾਂਗਾ? ਇਹ ਬਚਕਾਨਾ ਗੱਲਾਂ, ਇਮਚਿਓਰ ਗੱਲਾਂ ਇਹ ਪਾਰਟੀ ਨੂੰ ਹਾਰਮ ਨਹੀਂ ਕਰਦੀਆਂ। ਨਾਜਰ ਸਿੰਘ ਮਾਨਸ਼ਾਹੀਆ ਮਾਨਸਾ ਤੋਂ ਟਿਕਟ ਦੇ ਦਾਅਵੇਦਾਰ ਜਸਪਿੰਦਰ ਸਿੰਘ ਦੀ ਉਸ ਚੁਣੌਤੀ ਦੀ ਵਕਾਲਤ ਕਰ ਰਹੇ ਨੇ ਕਿ ਟਿਕਟ ਦੇਣ ਤੋਂ ਪਹਿਲਾਂ ਦਾਅਵੇਦਾਰਾਂ ਦਾ ਡੋਪ ਟੈਸਟ ਕਰਵਾਇਆ ਜਾਵੇ। ਸਾਡਾ ਡੌਪ ਟੈਸਟ ਹੋਣਾ ਚਾਹੀਦਾ। ਕੱਲ ਨੂੰ ਸਿੱਧੂ ਮੂਸੇਵਾਲੇ ਨੂੰ ਬੁਲਾਓ, ਸਵੇਰੇ ਹੀ ਬੁਲਾਓ, ਉਹਨੂੰ 2 ਦਿਨ ਵੀ ਨਾ ਦਿਓ, ਸਵੇਰੇ ਬੁਲਾਓ, ਸਾਡਾ ਡੌਪ ਟੈਸਟ ਕਰਾਓ ਦੋਨਾਂ ਦਾ। ਜਿਹੜਾ ਡੌਪ 'ਚ ਫੇਲ ਹੋ ਗਿਆ ਉਹ ਘਰੇ ਬੈਠ ਜਾਊਗਾ, ਬਾਕੀ ਲੋਕਾਂ ਦੀ ਸੇਵਾ ਕਰ ਲੂਗਾ। ਉਹਦਾ ਵੀ ਡੌਪ ਕਰਾਓ ਤੇ ਮੇਰਾ ਵੀ ਕਰਾਓ। ਨਾ ਇੰਨਾ ਟਾਈਮ ਮੇਰੇ ਕੋਲ ਆਇਆ ਡੋਪ ਟੈਸਟ ਕਰਵਾਉਣ ਨੂੰ, ਠੀਕ ਹੈ ਨਾ। ਮੈਂ ਤਾਂ ਕਿਹਾ ਹੀ ਨਹੀਂ ਹੈਗਾ ਵੀ ਮੈਂ ਕੋਈ ਦੁੱਧ ਧੋਤਾਂ ਕਮੀਆਂ ਸਾਰਿਆਂ ਦੇ ਵਿੱਚ ਹੁੰਦੀਆਂ ਨੇ। ਉਹ ਗੱਲਾਂ ਯਾਰ, ਹੁਣ 1000 ਬੰਦਾ ਮੇਰੇ ਬਾਰੇ 1000 ਗੱਲਾਂ ਕਰਦਾ, ਹੁਣ ਮੈਂ ਸਾਰੀਆਂ ਗੱਲਾਂ ਜਵਾਬ ਦੇਣ ਲੱਗ ਜੂ। ਫਿਰ ਮੇਰੇ ਕੋਲ ਟੈਸਟ ਕਰਾ ਲੈਂਦੇ ਆ ਤੇ ਸਿੱਧੂ ਮੂਸੇਵਾਲ ਜੀ ਇਹ ਕਹਿ ਰਹੇ ਆ ਵੀ ਐਂ ਤਾਂ ਗਲਤੀ ਕਿਸੇ ਤੋਂ ਹੋ ਜਾਂਦੀ ਹੈ, ਮੈਂ ਡੋਪ ਟੈਸਟ ਤਾਂ ਕਰਾਉਣਾ ਨਹੀਂ। ਫਿਰ ਭੱਜ ਕੌਣ ਰਿਹਾ ਡੋਪ ਟੈਸਟ ਤੋਂ? ਇਸ ਕਰਕੇ ਫਿਰ ਸੂਈ ਕਿੱਧਰ ਨੂੰ ਜਾਂਦੀ ਹੈ, ਨਸ਼ੇ ਕਰਨ ਦੀ ਜਾਂ ਕਰਾਉਣ ਦੀ ਜਾਂ ਕੋਈ ਹੋਰ ਹੈ। ਤੇ ਇਹ ਵੀ ਤਾਂ ਤੁਹਾਨੂੰ ਸੋਚਣਾ ਚਾਹੀਦਾ। ਹਾਂਜੀ, ਮਾਨਸਾ ਕਾਂਗਰਸ ਦੇ ਲਈ ਟ੍ਰੇਲਰ ਹੈ ਕਿਉਂਕਿ ਜਿਵੇਂ ਹੀ ਹਾਈ ਕਮਾਨ ਉਮੀਦਵਾਰਾਂ ਦੀ ਲਿਸਟ ਜਾਰੀ ਕਰੇਗੀ ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਹੋਰ ਬਾਗੀ ਸੁਰ ਸੁਣਨ ਨੂੰ ਮਿਲ ਸਕਦੇ ਨੇ। ਦਿੱਲੀ ਦੇ ਵਿੱਚ ਟਿਕਟ ਵੰਡ ਨੂੰ ਲੈ ਕੇ ਸਿੱਧੂ, ਸੀਐਮ ਚੰਨੀ ਤੇ ਸੁਨੀਲ ਜਾਖੜ ਦੇ ਵਿਚਾਲੇ ਵੀ ਮਤਭੇਦ ਹੋਣ ਦੀਆਂ ਖਬਰਾਂ ਉੱਭਰ ਕੇ ਸਾਹਮਣੇ ਆਈਆਂ ਨੇ। ਮਾਨਸਾ ਤੋਂ ਬਲਦੇਵ ਸ਼ਰਮਾ, ਨਿਊਜ਼ 18। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਡੇਰਾ ਸਿਰਸਾ ਦਾ ਵੋਟ ਬੈਂਕ ਅਹਿਮ ਹੈ। ਡੇਰੇ ਦੀ ਸਿਆਸੀ ਵਿੰਗ ਇਸ ਤੇ ਰਣਨੀਤੀ ਬਣਾ ਰਹੇ ਨੇ। ਹਾਲਾਂਕਿ ਵਿੰਗ ਦੇ ਪ੍ਰਧਾਨ ਰਾਮ ਸਿੰਘ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸ ਨੂੰ ਹਮਾਇਤ ਦੇਣੀ ਹੈ, ਇਸ ਨੂੰ ਲੈ ਕੇ ਵੱਡੇ ਸੰਕੇਤ ਜ਼ਰੂਰ ਦਿੱਤੇ ਨੇ।
ਮਾਲਵੇ ਵਿੱਚ ਡੇਰਾ ਸੱਚਾ ਸੌਦਾ ਦਾ ਵੱਡਾ ਆਧਾਰ ਹੈ। ਮੰਨਿਆ ਜਾਂਦਾ ਹੈ ਕਿ 50 ਤੋਂ 55 ਲੱਖ ਡੇਰਾ ਪ੍ਰੇਮੀ ਚੋਣਾਂ ਦੌਰਾਨ ਸੂਬੇ ਦੀ ਸਿਆਸੀ ਬਾਜ਼ੀ ਤੈਅ ਕਰਨ ਦੇ ਵਿੱਚ ਅਹਿਮ ਰੋਲ ਅਦਾ ਕਰਦੇ ਨੇ। ਪਰ ਇਸ ਵਾਰ 20 ਸਿਆਸੀ ਪਾਰਟੀਆਂ ਦੇ ਆਗੂਆਂ ਦੇ ਵੱਲੋਂ ਡੇਰੇ ਦੇ ਗੇੜੇ ਲਾਏ ਜਾ ਰਹੇ ਨੇ। ਇਸ ਦੌਰਾਨ ਡੇਰੇ ਦੀ ਸਿਆਸੀ ਵਿੰਗ ਦੇ ਮੁਖੀ ਰਾਮ ਸਿੰਘ ਨੇ ਨਿਊਜ਼ 18 ਦੇ ਨਾਲ ਐਕਸਕਲੂਸਿਵ ਗੱਲਬਾਤ ਦੇ ਦੌਰਾਨ 2022 ਦੀਆਂ ਚੋਣਾਂ ਨੂੰ ਲੈ ਕੇ ਵੱਡਾ ਸਿਆਸੀ ਇਸ਼ਾਰਾ ਕੀਤਾ। ਰਾਮ ਸਿੰਘ ਨੇ ਦੱਸਿਆ ਹੈ ਸਾਰੀਆਂ ਹੀ ਪਾਰਟੀਆਂ ਦੇ ਵਿੱਚ ਡੇਰੇ ਦੇ ਸ਼ਰਧਾਲੂ ਨੇ ਅਜਿਹੇ ਦੇ ਵਿੱਚ ਆਗੂਆਂ ਦੇ ਕੰਮਕਾਜ ਦੇ ਆਧਾਰ ਤੇ ਲੋਕ ਵੋਟ ਕਰਨਗੇ। ਸੰਗਤ ਦੀ ਰਾਏ ਲਈ ਜਾਊ। ਸੰਗਤ ਕੀ ਚਾਹੁੰਦੀ ਹੈ, ਕਿਸੇ ਨੂੰ ਇੱਕ ਪਾਰਟੀ ਨੂੰ ਸਮਰਥਨ ਦੇਣਾ ਹੈ ਜਾਂ ਨਹੀਂ ਦੇਣਾ, ਜਾਂ ਇੱਕ ਬੰਦੇ ਨੂੰ ਦੇਣਾਗਾ। ਔਰ ਪਾਰਟੀਆਂ ਨੇ ਜਿਹੜੀਆਂ, ਔਰ ਪਾਰਟੀਆਂ ਤਾਂ ਹੁਣ ਉਹ ਅੱਗੇ ਵਾਲੀ ਗੱਲ ਨਹੀਂ ਰਹੀ। ਦੇਖੋ ਹੁਣ ਤਾਂ ਪਾੜੋ ਤੇ ਰਾਜ ਕਰੋ ਹੈ। ਸਿਰਫ ਇੰਨਾ ਹੀ ਨਹੀਂ, ਡੇਰਾ ਸੱਚਾ ਸੌਦਾ ਦੀ ਸਿਆਸੀ ਵਿੰਗ ਦੇ ਮੁਖੀ ਰਾਮ ਸਿੰਘ ਨੇ ਇਹ ਵੀ ਸਾਫ਼ ਕੀਤਾ ਕਿ ਡੇਰਾ ਪ੍ਰੇਮੀਆਂ ਦੇ ਨਾਲ ਜਿਸ ਵੀ ਪਾਰਟੀ ਨੇ ਧੱਕੇਸ਼ਾਹੀ ਕੀਤੀ ਹੈ, ਚੋਣਾਂ ਦੌਰਾਨ ਉਹਨਾਂ ਦਾ ਹਿਸਾਬ ਡੇਰਾ ਪ੍ਰੇਮੀ ਆਪਣੀ ਵੋਟ ਦੇ ਨਾਲ ਕਰਨਗੇ। ਔਰ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ ਨੇ ਜਾਂ ਪੋਲੀਟੀਕਲ ਲੋਕ ਨੇ ਕਾਫੀ ਧੱਕਾ ਕਰ ਰਹੇ ਨੇ। ਦੇਖੋ ਗਲਤ ਕੇਸ ਬਣਾਉਣੇ, ਪ੍ਰੇਮੀਆਂ ਦੇ ਉੱਤੇ ਤਸ਼ੱਦਦ ਢਾਉਣੇ, ਔਰ ਇੱਥੋਂ ਤੱਕ ਕਿ ਮਹਾਰਾਜ ਦਾ ਨਾਂ ਵੀ ਕੇਸਾਂ ਦੇ ਵਿੱਚ ਪਾਤਾ। ਦੇਖੋ ਕਿਤਨਾ ਕਿਤੇ ਸੰਗਤ ਇਹ ਸਾਰੀਆਂ ਚੀਜ਼ਾਂ ਨੂੰ ਸੋਚੂਗੀ। 2002 ਅਤੇ 2007 ਦੇ ਵਿੱਚ ਡੇਰਾ ਸੱਚਾ ਸੌਦਾ ਦੇ ਵੱਲੋਂ ਕਾਂਗਰਸ ਨੂੰ ਹਮਾਇਤ ਦਿੱਤੀ ਗਈ ਸੀ, ਜਦਕਿ 2017 ਵਿੱਚ ਬੀਜੇਪੀ ਨੂੰ ਡੇਰੇ ਦੇ ਵੱਲੋਂ ਹਮਾਇਤ ਦਿੱਤੀ ਗਈ ਸੀ। ਪਰ ਡੇਰੇ ਦੀ ਸਿਆਸੀ ਵਿੰਗ ਦੇ ਮੁਖੀ ਰਾਮ ਸਿੰਘ ਦੇ ਇਸ਼ਾਰਿਆਂ ਤੋਂ ਲੱਗ ਰਿਹਾ ਹੈ ਕਿ ਇਸ ਵਾਰ ਉਹ ਕਿਸੇ ਪਾਰਟੀ ਦੀ ਥਾਂ ਉਮੀਦਵਾਰਾਂ ਨੂੰ ਹਮਾਇਤ ਦੇ ਸਕਦੇ ਨੇ। ਬਰਨਾਲਾ ਤੋਂ ਆਸ਼ੀਸ਼ ਸ਼ਰਮਾ, ਨਿਊਜ਼ 18 ਪੰਜਾਬ। ਹੁਣ ਗੱਲ ਕਰਾਂਗੇ ਪਰਮਿੰਦਰ ਢੀਂਡਸਾ ਦੀ। ਜੀ ਹਾਂ, ਨਿਊਜ਼ 18 ਤੇ ਪਰਮਿੰਦਰ ਢੀਂਡਸਾ ਨੇ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ ਲਹਿਰਾ ਗਾਗਾ ਤੋਂ ਹੀ ਚੋਣ ਲੜਾਂਗਾ। ਉਹਨਾਂ ਨੇ ਕਿਹਾ ਕਿ ਬੀਜੇਪੀ ਕੈਪਟਨ ਨਾਲ ਸੀਟ ਸ਼ੇਅਰਿੰਗ ਤੇ ਜਲਦ ਫੈਸਲਾ ਹੋ ਸਕਦਾ ਹੈ। ਤਾਂ ਅੰਦਾਜ਼ੇ ਕਿ ਉਹਨਾਂ ਨੇ ਕਿਹਾ ਹੈ ਕਿ ਸਾਡਾ ਗਠਜੋੜ ਸਭ ਨੂੰ ਹੈਰਾਨ ਕਰੇਗਾ। ਅਕਾਲੀ ਦਲ 'ਚ ਕਦੇ ਵਾਪਸ ਨਹੀਂ ਜਾਵਾਂਗਾ। ਢੀਂਡਸਾ ਦਾ ਕਹਿਣਾ, ਅੱਗੇ ਕਹਿ ਰਹੇ ਨੇ ਕਿ ਅਕਾਲੀ ਦਲ ਦਾ ਪਿਛਲੀ ਵਾਰ ਤੋਂ ਵੀ ਬੁਰਾ ਹਾਲ ਹੋਵੇਗਾ। ਤਾਂ ਅੰਦਾਜ਼ ਦੀਏ ਕਿ ਜੋ ਆਗਾਮੀ 2022 ਚੋਣਾਂ ਹੈ, ਉਹਨਾਂ 'ਚ ਜੋ ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਪਾਰਟੀ, ਅਕਾਲੀ ਦਲ ਸੰਯੁਕਤ ਤੇ ਬੀਜੇਪੀ ਨੇ ਗਠਜੋੜ ਕੀਤਾ ਹੈ ਆਗਾਮੀ 2022 ਵਿਧਾਨ ਸਭਾ ਚੋਣਾਂ ਲਈ, ਤੇ ਇਕੱਠੇ ਮਿਲ ਕੇ ਚੋਣ ਲੜਨਗੇ 2022 ਦੀ। ਤੇ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਲਹਿਰਾ ਗਾਗਾ ਤੋਂ ਹੀ ਉਹ ਚੋਣ ਲੜਨਗੇ। ਆਪਣੀ ਜਿਹੜੀ ਇਸ ਵਾਲੀ ਸੀਟ ਲਹਿਰਾ, ਉੱਥੋਂ ਹੀ ਚੋਣ ਲੜੋਗੇ? ਦੇਖੋ ਮੇਰਾ ਤਾਂ ਬਿਲਕੁਲ ਸਪਸ਼ਟ ਹੈ। ਮੈਂ ਤਾਂ ਪਿਛਲੇ 5 ਸਾਲ ਤੋਂ ਉੱਥੇ ਹੀ ਵਿਚਰਿਆ ਤੇ ਉੱਥੇ ਹੀ ਚੋਣ ਲੜਨੀ ਹੈ। ਹੋਰ ਕਿਤੋਂ ਲੜਨ ਦਾ ਸਵਾਲ ਨਹੀਂ ਪੈਦਾ ਹੁੰਦਾ। ਇਸ ਅੱਜ ਦੇ ਮੌਜੂਦਾ ਹਾਲਾਤ ਨੇ, ਇਹਦੇ ਵਿੱਚ ਕਿਸੇ ਨੂੰ ਵੀ ਤੁਸੀਂ ਜਿਹੜਾ ਹੈ ਆਊਟ ਨਹੀਂ ਕਰ ਸਕਦੇ। ਇਹ ਫਲਾਣਾ ਹੋਇਆ ਕਹਿਣ ਨੂੰ ਜੋ ਮਰਜ਼ੀ ਕਹੀ ਜਾਣ। ਸੋ ਇਸ ਲਈ ਸਾਡੀ ਪਾਰਟੀ ਜਿਹੜਾ ਸਾਡਾ ਗਠਜੋੜ ਹੈ, ਇੱਕ ਅਚੰਭਾ ਜਿਹੜਾ ਪੰਜਾਬ ਦੇ ਲੋਕਾਂ ਸਾਹਮਣੇ ਦਿਖਾਏਗਾ। ਤੁਸੀਂ ਦੇਖਿਓ, ਲੋਕ ਹੈਰਾਨ ਰਹਿ ਜਾਣਗੇ ਵੀ ਇਹ ਕਿਸ ਤਰੀਕੇ ਨਾਲ ਸੰਭਵ ਹੋਇਆ। ਅਸੀਂ ਬੜੇ ਮਿਨਿਊਟਲੀ ਤੇ ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।